हेलो दोस्तों। ਅੱਜ ਜੋ ਆਪਾਂ ਗੱਲ ਕਰ ਰਹੇ ਹਾਂ ਆਪਣੀ 10th ਕਲਾਸ ਦਾ 11th ਚੈਪਟਰ ਰਚਨਾਵਾਂ ਤੇ ਗੱਲ ਕਰ ਰਹੇ ਹਾਂ। ਇਸ ਦੇ ਵਿੱਚ ਆਪਣੇ ਕੋਲ ਦੋ ਟੌਪਿਕ ਨੇ, ਸਮਰੂਪ ਤਿਕੋਣਾ ਅਤੇ ਚੱਕਰ ਦੀ ਸਪਰਸ਼ ਰੇਖਾਵਾਂ। ਇਸ ਲੈਕਚਰ ਦੇ ਵਿੱਚ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਉਹ ਆਪਾਂ ਸਮਰੂਪ ਤਿਕੋਣਾ ਦੀ ਰਚਨਾ ਦੀ ਗੱਲ ਕਰ ਰਹੇ ਹਾਂ, ਕੰਸਟਰਕਸ਼ਨ ਆਫ ਸਿਮਿਲਰ ਟ੍ਰਾਇੰਗਲ। ਕੁਐਸਚਨਸ ਤੁਹਾਡੇ ਸਾਹਮਣੇ ਪਏ ਨੇ। ਆਪਾਂ ਨੂੰ ਸਟਾਰਟ ਕਰਦੇ ਹਾਂ ਕੁਐਸਚਨਸ ਨੂੰ ਕਿਵੇਂ ਸਟਾਰਟ ਕੀਤਾ ਜਾਂਦਾ, ਕਿਵੇਂ ਆਪਾਂ ਵਰਕ ਕਰਦੇ ਹਾਂ। तो पहला क्वेश्चन की है, कहते 4 सेंटीमीटर 5 सेंटीमीटर ਤੇ 6 सेंटीमीटर ਭੁਜਾਵਾਂ ਵਾਲੇ ਇੱਕ ਤਿਕੋਣ ਦੀ ਰਚਨਾ ਕਰੋ। ਸਭ ਤੋਂ ਪਹਿਲਾਂ ਇਹ ਕੰਮ ਕਰਾਂਗੇ। ਹੁਣ ਜੋ ਸਕੇਲ ਮੇਰੇ ਕੋਲ ਹੈ, ਨੋ ਡਾਊਟ ਤੇ ਸੈਂਟੀਮੀਟਰ ਨਹੀਂ ਹੈਗਾ, ਬਟ ਮੈਂ ਕੋਸ਼ਿਸ਼ ਕਰੂੰਗਾ ਕਿ ਤੁਹਾਨੂੰ ਮੈਂ ਕਾਫੀ ਕਲੀਅਰ ਕਰਦਾ ਕੁਐਸਚਨ ਨੂੰ ਹੋਣਾ ਕਿਵੇਂ ਹੈ, ਕਿਉਂਕਿ ਰਚਨਾ ਦਾ ਕੁਐਸਚਨ ਹੈ। ਤੁਸੀਂ ਇਹਦੇ ਵਿੱਚੋਂ ਇੱਕ ਭੁਜਾ ਕੋਈ ਵੀ ਲੈ ਲਓ, ਕਿਉਂਕਿ ਆਪਾਂ ਤਿਕੋਣ ਦੀ ਰਚਨਾ 7ਵੀਂ ਕਲਾਸ ਤੋਂ ਕਰਦੇ ਆ ਰਹੇ ਹਾਂ। ਤੁਹਾਡੀ ਮਰਜ਼ੀ ਹੈ, ਤੁਸੀਂ 4 ਲੈ ਲਓ, 5 ਲੈ ਲਓ, 6, ਜੋ ਤੁਹਾਡਾ ਦਿਲ ਕਰਦਾ। ਸਪੋਜ਼ ਮੈਂ ਇੱਥੇ 4 ਸੈਂਟੀਮੀਟਰ ਦੀ ਇੱਕ ਰੇਖਾ ਡਰਾ ਕਰਤੀ ਏ ਬੀ। ਉਸ ਤੋਂ ਬਾਅਦ 5 ਤੇ 6, ਫਿਰ ਕੀ ਕਰਾਂਗੇ ਆਪਾਂ ਕੀ ਕਰਾਂਗੇ, ਇੱਥੇ ਪ੍ਰਕਾਰ ਰੱਖ ਕੇ 5 ਸੈਂਟੀਮੀਟਰ ਲੰਬੀ ਇੱਕ ਚਾਪ ਮਾਰਾਂਗੇ। ਸਪੋਜ਼ ਇੱਥੇ ਜੇ ਮਾਰਤੀ, ਉਸ ਤੋਂ ਬਾਅਦ B ਬਿੰਦੂ ਤੇ ਪ੍ਰਕਾਰ ਰੱਖ ਕੇ ਇੱਕ 6 ਸੈਂਟੀਮੀਟਰ ਦੀ ਚਾਪ ਮਾਰਾਂਗੇ। ਮੰਨ ਲਓ ਉਹ ਇੱਥੇ ਕੱਟ ਗਈਆਂ, ਕਿਉਂਕਿ ਇਹ ਕੱਟਣ ਗਈਆਂ। ਜਿਹੜੇ ਬਿੰਦੂ ਤੇ ਕੱਟਦੀ ਹੈ, ਦੇਖੋ ਧਿਆਨ ਨਾਲ, ਇਸ ਬਿੰਦੂ ਤੇ ਇਹ ਕੱਟ ਰਹੀਆਂ ਨੇ, ਤਾਂ ਉਹ ਬਿੰਦੂ ਜਿਹੜਾ ਆਊਗਾ ਆਪਣਾ ਉਹਦਾ ਤੀਜਾ ਸਿਖਰ ਆ ਰਿਹਾ, C ਪੁਆਇੰਟ ਆ ਰਿਹਾ। ਫਿਰ ਉਸ ਤੋਂ ਬਾਅਦ C ਦੇ ਉੱਪਰ ਫੱਟਾ ਰੱਖ ਕੇ ਇਸ ਤਰੀਕੇ ਦੇ ਨਾਲ CB ਨੂੰ ਮਿਲਾਓ। ਤੇ ਇਸੇ ਤਰੀਕੇ ਨਾਲ ਆਪਾਂ ਕੀ ਕਰਾਂਗੇ, ਫਿਰ C ਤੇ A ਨੂੰ ਮਿਲਾਵਾਂਗੇ। ਇਸ ਅਕੋਰਡਿੰਗ ਦੇਖੋ, ਇਹ ਆਪਣੀ ਪਹਿਲੀ ਲਾਈਨ ਹੋ ਗਈ ਕਿ ਆਪਾਂ ਤਿਕੋਣ ਦੀ ਰਚਨਾ ਕਰਤੀ ABC, ਜਿਹਦੇ ਵਿੱਚ 3 ਭੁਜਾਵਾਂ ਨੇ ਤੇ ਭੁਜਾਵਾਂ ਦੇ ਵਿੱਚ ਕੀ ਆ ਗਿਆ ਆਪਣੇ ਕੋਲੇ, ਆ ਗਿਆ ਦੇਖੋ ਆ ਬਣ ਗਈ, ਜਿਹਦੇ ਵਿੱਚ ਆਲਮੋਸਟ ਮੰਨ ਲਓ ਆ 5 ਸੈਂਟੀਮੀਟਰ ਹੋਣੀ ਹੈ, ਆ 6 ਸੈਂਟੀਮੀਟਰ ਹੋਣੀ ਹੈ। ਪਹਿਲਾ ਕੰਮ ਆਪਣਾ ਹੋ ਗਿਆ। ਇਸ ਤੋਂ ਬਾਅਦ ਕਹਿੰਦੇ ਇਸ ਦੇ ਸਮਰੂਪ ਸਿਮਿਲਰ ਇੱਕ ਹੋਰ ਤਿਕੋਣ ਦੀ ਰਚਨਾ ਕਰੋ ਜੋ ਦਿੱਤੀਆਂ ਭੁਜਾਵਾਂ ਦੀਆਂ ਸੰਗਤ ਭੁਜਾਵਾਂ ਦਾ 2/3 ਹੈ, 2/3 ਹੈ। ਹੁਣ ਪਹਿਲਾਂ ਤਾਂ ਆ ਚੀਜ਼ ਨੂੰ ਸਮਝੋ, 2/3 ਦਾ ਮਤਲਬ ਕੀ ਹੈ। ਇਹਦਾ ਮਤਲਬ ਕੀ ਹੈ, ਜਿਹੜੇ ਅਸਲ ਤਿਕੋਣ ਹੈ ਉਹਦੇ ਆਪਾਂ 3 ਹਿੱਸੇ ਕਰਾਂਗੇ। ਅਸਲ ਤਿਕੋਣ ਜਿਹੜੀ ਆਪਾਂ ਆ ਬਣਾਈ ਹੈ ABC, ਤੁਹਾਡੇ ਸਾਹਮਣੇ ਪਈ ਹੈ। 3 ਦੇ ਵਿੱਚੋਂ ਨਵੀਂ ਤਿਕੋਣ ਉਹ 2 ਹਿੱਸਿਆਂ 'ਚ ਬਣਾਵਾਂਗੇ, ਮਤਲਬ 3 ਹਿੱਸੇ ਕਰ ਦਾਂਗੇ। ਉਹਦੇ ਵਿੱਚੋਂ ਕੀ ਕਰਾਂਗੇ, 2 ਹਿੱਸੇ ਆਪਾਂ ਇਹ ਕਰਾਂਗੇ। ਹੁਣ ਕੀ ਕਰਾਂਗੇ ਉਹਦੇ ਲਈ, ਆਪਾਂ ਸਭ ਤੋਂ ਪਹਿਲਾਂ ਕੀ ਕਰਾਂਗੇ, ਇਹ ਬਿੰਦੂ ਤੋਂ ਇੱਕ ਨਿਊਨ ਕੋਣ ਖਿੱਚ ਦਾਂਗੇ। ਇੱਥੇ ਮਾਪਣ ਦੀ ਕੋਈ ਲੋੜ ਨਹੀਂ ਹੈਗੀ, ਤੁਸੀਂ ਡਾਇਰੈਕਟ ਹੀ ਲਾਈਨ ਖਿੱਚ ਸਕਦੇ ਹੋ, ਕਿਉਂਕਿ ਨਿਊਨ ਕੋਣ ਖਿੱਚਣਾ। ਮੰਨ ਲਓ ਇਹ x ਆ ਗਿਆ। ਉਸ ਤੋਂ ਬਾਅਦ ਦੇਖੋ, ਆਪਣੀ ਅਸਲ ਤਿਕੋਣ ਦੇ ਆਪਾਂ 3 ਹਿੱਸੇ ਕਰਨੇ ਨੇ, ਆਪਾਂ 3 ਹਿੱਸੇ ਕਰਨੇ ਆ ਨਾ, तो ਆਪਾਂ ਕੀ ਕਰਾਂਗੇ, ਪ੍ਰਕਾਰ ਖੋਲ ਕੇ A ਤੇ ਆਪਾਂ ਪ੍ਰਕਾਰ ਰੱਖਾਂਗੇ, 3 ਬਰਾਬਰ ਚਾਪਾਂ ਲਾਵਾਂਗੇ। ਇੱਥੇ ਪਹਿਲੀ ਚਾਪ, ਫਿਰ ਇੱਥੇ ਪ੍ਰਕਾਰ ਰੱਖੀ ਦੂਜੀ ਚਾਪ, ਫਿਰ ਇੱਥੇ ਪ੍ਰਕਾਰ ਰੱਖੀ ਤੀਜੀ ਚਾਪ, 3 ਬਰਾਬਰ ਚਾਪਾਂ ਲਗਾਵਾਂਗੇ, ਕਿਉਂਕਿ ਆਪਾਂ ਅਸਲ ਤਿਕੋਣ 2/3 ਹੈ। ਹੁਣ ਮੰਨ ਲਓ ਇੱਥੇ ਮੈਂ ਥੋੜੀ ਜੀ ਐਡ ਆਨ ਕਰ ਰਿਹਾ ਕੁਐਸਚਨ ਕਲੀਅਰ ਹੋਰ ਕਰਨ ਲਈ। ਆਪਣੇ ਕੋਲੇ 3/5 ਆ ਜਾਂਦਾ, तो ਆਪਾਂ ਕੀ ਕਰਦੇ, ਇੱਥੇ 5 ਚਾਪਾਂ ਲਗਾਉਂਦੇ, ਠੀਕ। ਕਿਉਂਕਿ ਆਪਾਂ ਅਸਲ ਤਿਕੋਣ ਦੇ 3 ਹਿੱਸੇ ਕੀਤੇ ਨੇ, ਤਾਂ ਫਿਰ ਆਪਾਂ ਕੀ ਕਰਾਂਗੇ, ਇੱਥੇ ਆਪਾਂ ਇਹਨੂੰ ਆਪਸ ਚ ਮਿਲਾਵਾਂਗੇ, ਤੀਜੇ ਹਿੱਸੇ ਨੂੰ B ਦੇ ਨਾਲ, ਇਸ ਤਰੀਕੇ ਦੇ ਨਾਲ ਆਪਾਂ ਤੀਜੇ ਹਿੱਸੇ ਨੂੰ B ਦੇ ਨਾਲ ਮਿਲਾ ਦਾਂਗੇ। ਇਹ ਆਪਣਾ ਪਹਿਲਾ ਕੰਮ ਹੋ ਗਿਆ। ਹੁਣ ਆਪਾਂ ਨੇ ਅਸਲ ਤਿਕੋਣ ਨੂੰ 3 ਹਿੱਸਿਆਂ 'ਚ ਬਦਲ ਲਿਆ, ਕੱਟ ਲਿਆ। ਆਪਾਂ ਨਵੀਂ ਤਿਕੋਣ ਦੂਜੇ ਹਿੱਸੇ 'ਚ ਚਾਹੀਦੀ ਹੈ। ਤੇ ਇੱਥੇ ਦੇਖੋ ਧਿਆਨ ਨਾਲ, ਆ ਜਿਹੜਾ ਕੋਣ ਬਣਿਆ ਤੁਹਾਡੇ ਸਾਹਮਣੇ, ਉਰੇ ਕੋਣ ਦਿਖ ਰਿਹਾ, 50 ਡਿਗਰੀ ਦਾ ਕੋਣ ਹੈ, 50 ਡਿਗਰੀ ਦਾ ਕੋਣ ਹੈ ਨਾ, ਤੇ 50 ਡਿਗਰੀ ਦਾ ਕੋਣ ਹੀ ਆਪਾਂ ਦੂਜੀ ਚਾਪ ਤੇ ਬਣਾਵਾਂਗੇ। ਆ ਦੇਖੋ ਬਿਲਕੁਲ ਤੁਹਾਡੇ ਸਾਹਮਣੇ ਚੱਲ ਰਿਹਾ। ਇੱਥੇ ਜਿਹੜਾ ਕੋਣ ਬਣਿਆ ਮੇਰੇ ਕੋਲੇ, ਅਗਰ ਐਕਚੁਅਲ 'ਚ ਦੇਖਾਂ ਮੈਂ,
ਉਰੇ 50 ਸੀ ਪਰ 130 ਦਾ ਕੋਣ ਬਣਿਆ। ਸਹੀ ਹੈ ਨਾ ਮੇਰੀ ਗੱਲ। ਮੈਂ ਜੋ ਤੁਹਾਡੇ ਸਾਹਮਣੇ ਦੇਖੋ ਫੱਟੇ ਦੇ ਉੱਪਰ 50 ਡਿਗਰੀ ਦਿਖੇ ਤਾਂ ਮੈਂ ਇਹਦੇ ਅਕੋਰਡਿੰਗ ਗੱਲ ਕਰ ਰਿਹਾ ਇੱਥੇ। ਤਾਂ ਓਨਾ ਹੀ ਕੋਣ ਆਪਾਂ ਦੂਜੀ ਚਾਪ ਤੇ ਬਣਾਵਾਂਗੇ। ਕਿਉਂ? ਕਿਉਂਕਿ ਜੋ ਆਪਣੀ ਕੋਸ਼ਿਸ਼ ਹੈ ਆਪਾਂ ਕੀ ਕਰਦੇ ਆ ਸਮਾਂਤਰ ਰੇਖਾਵਾਂ ਖਿੱਚਦੇ ਆ ਤਾਂ ਹੀ ਹਿੱਸੇ ਬਰਾਬਰ ਵੰਡੇ ਜਾਣਗੇ। ਤਾਂ ਆ ਇੱਕ ਪੁਆਇੰਟ ਆ ਗਿਆ, ਮੰਨ ਲਓ B ਡੈਸ਼। ਹੁਣ ਉਸ ਤੋਂ ਬਾਅਦ ਆਪਾਂ ਇੱਧਰ ਚੱਲਦੇ ਆ। ਹੁਣ ਆਪਾਂ ਇਹ ਦੇਖਦੇ ਆ B ਤੇ C, ਦੇਖੋ ਧਿਆਨ ਨਾਲ, ਇੱਥੇ 56 ਡਿਗਰੀ ਹੈ ਇਧਰਲੇ ਹਿੱਸੇ। ਅਗਰ ਇਹ 56 ਹੈ ਤਾਂ B ਡੈਸ਼ ਤੇ ਵੀ ਆਪਾਂ ਕੀ ਖਿੱਚਾਂਗੇ 56। ਉਸੇ ਤਰੀਕੇ ਨਾਲ ਆਪਾਂ ਕੀ ਕਰਾਂਗੇ ਸਮਾਂਤਰ ਰੇਖਾ ਖਿੱਚ ਦਾਂਗੇ। ਸਮਝ ਆਈ ਨਾ ਮੇਰੀ ਗੱਲ। ਤਾਂ ਜਿੰਨਾ ਕੋਣ ਇੱਥੇ ਹੋਊਗਾ ਓਨਾ ਹੀ ਕੋਣ ਆਪਾਂ ਇੱਥੇ ਬਣਾਵਾਂਗੇ। ਤਾਂ ਉਸ ਤੋਂ ਬਾਅਦ ਜਿਹੜੀ ਉਰੇ ਸਪੋਜ਼ ਪੁਆਇੰਟ ਦੇ ਲਓ ਤੁਸੀਂ C ਡੈਸ਼, ਤਾਂ ਜਿਹੜੀ ਆ ਤਿਕੋਣ ਆਈ ਇਹ ਉਸ ਦੀ ਸਮਰੂਪ ਤਿਕੋਣ ਹੈ, ਸਿਮਿਲਰ ਟ੍ਰਾਇੰਗਲ ਹੈ। ਜਿਹੜਾ ਆ ਦੇਖੋ ਇਹ ਪਹਿਲੀ ਚਾਪ ਹੈ, ਇਹ ਦੂਜੀ ਚਾਪ ਹੈ, ਇਹ ਤੀਜੀ ਚਾਪ ਹੈ, ਜਿਹੜਾ ਇਹਦਾ 2/3 ਹਿੱਸਾ ਹੈ। ਕਲੀਅਰ ਹੋਏ। ਹੁਣ ਆਪਾਂ ਅਗਲੇ ਕੁਐਸਚਨ ਤੇ ਚੱਲ ਰਹੇ ਹਾਂ। ਹੁਣ ਮੈਂ ਕੀ ਕਰ ਰਿਹਾ, ਇੱਥੇ ਆਪਾਂ 3/5 ਲਿਆ ਸੀ, ਮੈਂ ਉਲਟਾ ਕਰ ਰਿਹਾ। ਮਤਲਬ ਇੱਥੇ ਕੀ ਸੀ, ਜੋ ਹਰ ਸੀ ਅਸਲ ਤਿਕੋਣ ਸੀ ਉਹਦੇ 5 ਹਿੱਸੇ ਨੇ। ਜਿਹੜੀ ਨਵੀਂ ਤਿਕੋਣ ਆਪਾਂ ਬਣਾਣੀ ਹੈ ਉਹਦੇ ਆਪਾਂ 3 ਹਿੱਸੇ ਲਏ, ਠੀਕ, ਜੋ ਅੰਸ਼ ਆਪਾਂ ਲਿਆ। ਤਾਂ ਇੱਕ ਤਿਕੋਣ ਮੈਂ ਹੁਣ ਹੋਰ ਬਣਾ ਰਿਹਾ। ਤਿਕੋਣ ਨੂੰ ਆਪਾਂ ਜਿਸ ਮਰਜ਼ੀ ਤਰੀਕੇ ਨਾਲ ਬਣਾ ਸਕਦੇ ਹਾਂ। ਮੰਨ ਲਓ ਇੱਕ ਆ ਤਿਕੋਣ ਹੈ, ਤਿਕੋਣ ਆਪਾਂ ਬਣਾ ਲਈ। ਹੁਣ ਆਪਾਂ ਇਸ ਦੇ ਮੰਨ ਲਓ ਮੈਂ ਉਹੀ ਲੈ ਕੇ ਚੱਲ ਰਿਹਾ ਟਰਮ, 3/5 ਹਿੱਸੇ ਕਰਨੇ ਨੇ। ਤਾਂ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ, ਆਪਾਂ ਇੱਥੇ ਇੱਕ ਨਿਊਨ ਕੋਣ ਖਿੱਚਾਂਗੇ। ਨਾਮ ਦੇ ਲਈ, ਨਾਮ ਦੇ ਨਾਲ ਕੁਐਸਚਨ ਕਲੀਅਰ ਹੋ ਜਾਂਦਾ ਹੈ। A B C। ਹੁਣ ਆਪਾਂ A ਤੇ ਇੱਕ ਨਿਊਨ ਕੋਣ ਖਿੱਚਿਆ। ਕਿਸੇ ਵੀ ਇੱਥੇ ਕੋਈ ਮਾਪਣ ਦੀ ਲੋੜ ਨਹੀਂ, ਤੁਸੀਂ ਕਿੰਨੇ ਡਿਗਰੀ ਖਿੱਚਣਾ ਹੈ, ਸਿੰਪਲ ਫੱਟਾ ਲਾਓ ਤੇ ਇੱਕ ਲਾਈਨ ਮਾਰ ਦੋ, ਇਹ ਨਿਊਨ ਕੋਣ ਹੋ ਗਿਆ। ਹੁਣ ਕੁਐਸਚਨ ਇਹ ਹੈ, ਆਪਾਂ 3/5 ਹਿੱਸੇ ਕਰਨੇ ਆ, ਮਤਲਬ ਆਪਾਂ ਇਹਦੇ 5 ਭਾਗ ਕਰਨੇ ਆ। ਸਹੀ ਹੈ। ਤੋਂ ਪਹਿਲਾਂ A ਤੇ ਰੱਖਿਆ, ਪਹਿਲੀ ਚਾਪ ਲਾਈ, ਪ੍ਰਕਾਰ ਖੋਲਾਂਗੇ ਆਈਡੀਆ ਦੇ ਨਾਲ। ਫਿਰ ਉਨੀ ਹੀ ਪ੍ਰਕਾਰ ਰੱਖ ਕੇ A1 ਤੇ ਰੱਖਿਆ, A2 ਲਾਵਾਂਗੇ। ਫਿਰ A2 ਤੇ ਪ੍ਰਕਾਰ ਰੱਖ ਕੇ A3 ਲਗਾਵਾਂਗੇ। A3 ਤੇ ਪ੍ਰਕਾਰ ਰੱਖ ਕੇ A4 ਲਗਾਵਾਂਗੇ। ਦੈਨ A4 ਤੇ ਪ੍ਰਕਾਰ ਜਾਂ ਕੰਪਸ ਰੱਖ ਕੇ A5 ਲਗਾਵਾਂਗੇ। ਅਸਲ ਤਿਕੋਣ ਨੂੰ ਆਪਾਂ 5 ਹਿੱਸਿਆਂ 'ਚ ਕਰਤਾ। ਤਾਂ ਫਿਰ ਇਹਦਾ ਮਤਲਬ ਕੀ ਕਰਾਂਗੇ, ਹੁਣ ਆਪਾਂ ਪੰਜਵੇਂ ਹਿੱਸੇ ਨੂੰ ਆਪਾਂ C ਨਾਲ ਮਿਲਾਵਾਂਗੇ। ਪੰਜਵੇਂ ਹਿੱਸੇ ਨੂੰ ਇਹ ਇਸ ਤਰੀਕੇ ਇੱਥੇ ਆ ਮਿਲਾਤਾ। ਹੁਣ ਆਪਣੇ ਕੋਲੇ 3/5 ਸੀ, ਅਸਲ ਤਿਕੋਣ ਦੇ 5 ਹਿੱਸੇ ਕਰਤੇ, ਨਵੀਂ ਤਿਕੋਣ ਤੀਜੇ ਹਿੱਸੇ ਤੇ ਚਾਹੀਦੀ ਹੈ, ਤੀਸਰੀ ਚਾਪ। ਹੁਣ ਇੱਥੇ ਦੇਖੋ ਇਹਦੇ ਹਿਸਾਬ ਨਾਲ ਕੋਣ 49 ਡਿਗਰੀ ਬਣ ਗਿਆ, ਇਹਦੇ ਹਿਸਾਬ ਨਾਲ ਬੋਲ ਰਿਹਾ ਮੈਂ। ਤਾਂ ਜਿੰਨਾ ਕੋਣ ਇੱਥੇ ਹੋਊਗਾ ਸੇਮ ਕੋਣ ਆਪਾਂ ਤੀਜੀ ਚਾਪ ਤੇ ਖਿੱਚ ਦਾਂਗੇ। ਜਿੰਨਾ ਕੋਣ ਉਰੇ ਮਾਪੋਗੇ ਉਨਾ ਹੀ ਕੋਣ ਇੱਥੇ ਆਊਗਾ। ਇਹ ਤੁਹਾਡਾ ਇੱਕ ਪੁਆਇੰਟ ਆ ਗਿਆ, ਮੰਨ ਲਓ C ਡੈਸ਼। ਹੁਣ ਉਸ ਤੋਂ ਬਾਅਦ ਆਪਾਂ ਕੀ ਕਰਾਂਗੇ, ਆਪਾਂ BC ਨੂੰ ਦੇਖਿਆ, ਇਹ 43 ਡਿਗਰੀ ਹੈ। ਉਨਾ ਹੀ ਕੋਣ ਆਪਾਂ ਜਿਹੜਾ C ਡੈਸ਼ ਬਿੰਦੂ ਆਇਆ, ਮੈਂ ਬਿਲਕੁਲ ਫੱਟੇ ਨੂੰ ਐਜ਼, ਕਿਉਂਕਿ ਇਹ ਫੱਟਾ ਜਿਹੜਾ ਜੋ ਹੈ ਨਾ, ਜੋ ਤੁਹਾਨੂੰ ਸਕਰੀਨ ਤੇ ਦਿਖ ਰਿਹਾ, ਇਹ D ਅਤੇ ਸਕੇਲ ਦੋਹਾਂ ਦਾ ਕੰਮ ਕਰ ਰਿਹਾ। ਤਾਂ ਹੀ ਮੈਂ ਇਹਨੂੰ ਕੋਸ਼ਿਸ਼ ਕਰ ਰਿਹਾ ਤੁਹਾਨੂੰ ਇਸ ਅਕੋਰਡਿੰਗ ਸਮਝਾਉਣ ਦੀ। ਤੇ ਆ ਬਣ ਗਿਆ। ਤਾਂ ਇਹਦਾ ਮਤਲਬ ਜਿਹੜੀ ਆ ਤਿਕੋਣ ਬਣ ਗਈ ਆਪਣੀ ਅਸਲ ਤਿਕੋਣ ਦਾ 3/5 ਹਿੱਸਾ ਬਣ ਗਏ। ਠੀਕ ਹੋਇਆ। ਹੁਣ ਇੱਕ ਕੁਐਸਚਨ ਹੋਰ ਲੈ ਕੇ ਚੱਲਦੇ ਆ। ਕੁਐਸਚਨ ਕੀ ਕਰ ਰਹੇ ਆ, ਇੱਕ ਤਿਕੋਣ ਹੈ, ਟ੍ਰਾਇੰਗਲ ਹੈ, ਜਿਸ ਦੀਆਂ ਭੁਜਾਵਾਂ ਮੰਨ ਲਓ 4 5 6 ਹੈ। ਤਾਂ ਇੱਕ ਹੋਰ ਤਿਕੋਣ ਬਣਾਓ ਜੋ ਇਸ ਤਿਕੋਣ ਦਾ 3/2 ਹਿੱਸਾ ਹੋਵੇ। ਹੁਣ ਮੈਂ ਉਲਟਾ ਕਰਤਾ, 3/2 ਕਰਤਾ। ਸਭ ਤੋਂ ਪਹਿਲਾਂ ਉਸੇ ਤਰੀਕੇ ਨਾਲ ਆਪਾਂ ਤਿਕੋਣ ਬਣਾਵਾਂਗੇ। ਨੀਚੇ ਤੁਸੀਂ 4 ਲੈ ਸਕਦੇ ਹੋ, 5 ਲੈ ਸਕਦੇ ਹੋ, 6 ਲੈ ਸਕਦੇ ਹੋ, ਜਿਵੇਂ ਤੁਹਾਨੂੰ ਠੀਕ ਲੱਗਦਾ ਤੁਸੀਂ ਉਹ ਤਿਕੋਣ ਬਣਾ ਸਕਦੇ ਹੋ। ਮੰਨ ਲਓ ਆ ਤਿਕੋਣ ਬਣ ਗਈ, ਸਪੋਜ਼ ਆ 4 ਹੋਣਾ, ਆ 5 ਹੋਣਾ, ਆ 6 ਹੋਣਾ, A B C। ਤਾਂ ਪਹਿਲਾਂ 3/2 ਨੂੰ ਸਮਝੋ। ਇਹਦਾ ਮਤਲਬ ਅਸਲ ਤਿਕੋਣ ਦੇ ਆਪਾਂ 2 ਹਿੱਸੇ ਕਰਨਾ ਹੈ। ਦੇਖੋ ਸਭ ਤੋਂ ਇੰਪੋਰਟੈਂਟ ਚੀਜ਼ ਤੁਸੀਂ ਆ ਧਿਆਨ ਰੱਖਣਾ, ਤੁਸੀਂ ਡਿਨੋਮੀਨੇਟਰ ਤੋਂ ਸ਼ੁਰੂ ਕਰਨਾ ਹੈ, ਤੁਸੀਂ ਹਰ ਤੋਂ ਸ਼ੁਰੂ ਕਰਨਾ ਹੈ। ਤਾਂ ਮੈਨੇ ਕੀ ਕੀਤਾ, ਸਕੇਲ ਲਿਆ,
ਰੇਖਾ ਮਾਰੀ, ਨਿਊਨ ਕੋਣ ਖਿੱਚਿਆ, ਕਿਊਟ ਐਂਗਲ। ਹੁਣ ਮੈਨੂੰ ਦੋ ਚਾਪਾਂ ਚਾਹੀਦੀਆਂ ਨੇ ਕਿਉਂਕਿ ਅਸਲ ਤਿਕੋਣ ਚ ਹੈ। ਬੀ ਤੇ ਪ੍ਰਕਾਰ ਰੱਖੀ ਪਹਿਲੀ ਚਾਪ, ਬੀ ਇੱਕ ਤੇ ਪ੍ਰਕਾਰ ਰੱਖੀ ਦੂਜੀ ਚਾਪ। ਹੁਣ ਦੇਖੋ ਧਿਆਨ ਨਾਲ, ਇੱਥੇ ਅਸਲ ਦੇ ਦੋ ਹਿੱਸੇ ਕੀਤੇ ਹੈ, ਤਾਂ ਇਹਦਾ ਮਤਲਬ ਫਿਰ ਆਪਾਂ ਕੀ ਕਰਾਂਗੇ, ਆਪਾਂ B2 ਅਤੇ C ਨੂੰ ਮਿਲਾਵਾਂਗੇ, B2 ਅਤੇ C ਨੂੰ ਮਿਲਾਇਆ। ਹੁਣ ਸਭ ਤੋਂ ਵੱਡੀ ਗੱਲ ਕੀ ਹੋਗੀ, ਦੇਖੋ ਜੋ ਫੱਟਾ ਤੁਹਾਨੂੰ ਦਿਖ ਰਿਹਾ ਡੀ ਦਿਖ ਰਹੀ ਹੈ, ਉਰੇ 20 ਡਿਗਰੀ ਦਾ ਕੋਣ ਬਣ ਰਿਹਾ, ਅਸਲ ਚ ਜੋ ਵੀ ਬਣ ਰਿਹਾ ਉਰੇ 20 ਡਿਗਰੀ ਦਾ ਕੋਣ ਬਣ ਰਿਹਾ, 20 ਡਿਗਰੀ ਤੇ ਟਿਲਟ ਕੀਤਾ ਗਿਆ ਮੇਰਾ। तो ਹੁਣ ਪ੍ਰੋਬਲਮ ਕੀ ਹੈ, ਆਪਣੇ ਕੋਲੇ 3/2 ਹੈ, 3/2 ਦਾ ਮਤਲਬ ਜੋ ਅਸਲ ਤਿਕੋਣ ਹੈ ਉਹਦੇ ਦੋ ਹਿੱਸੇ ਹੈ। ਹੁਣ ਨਵੀਂ ਤਿਕੋਣ ਲਈ ਆਪਾਂ ਨੂੰ ਤੀਜਾ ਹਿੱਸਾ ਚਾਹੀਦਾ ਹੈ, ਤਾਂ B2 ਤੇ ਪ੍ਰਕਾਰ ਰੱਖ ਕੇ ਪਹਿਲਾਂ ਤਾਂ ਆਪਾਂ 19 ਪ੍ਰਕਾਰ ਰੱਖ ਕੇ ਤੀਜਾ ਹਿੱਸਾ ਲਗਾਵਾਂਗੇ, ਤੀਜੀ ਚਾਪ ਲਗਾਵਾਂਗੇ, ਤੀਸਰੀ ਚਾਪ ਲਗਾਵਾਂਗੇ ਨਾ। ਉਸ ਤੋਂ ਬਾਅਦ ਇਸੇ ਫੱਟੇ ਨਾਲ ਇਸੇ ਕੋਣ ਦੇ ਨਾਲ ਦੇਖੋ 20 ਸੀ, ਹੁਣ ਇੱਥੋਂ ਕਲੀਅਰ ਹੋ ਜਾਊਗਾ ਨਾ ਤੁਹਾਨੂੰ ਕਿੰਨਾ ਹੈ, ਇਹ 20 ਸੀ, ਇੱਥੇ ਸੀ ਆਪਣਾ, ਤਾਂ ਆਪਾਂ ਉਰੋਂ ਚਾਪ ਲਗਾਵਾਂਗੇ, ਕਲੀਅਰ ਹੈ, ਬਾਹਰਲੇ ਪਾਸੇ ਜਾਣੀ ਹੈ, ਬਾਹਰ ਜਾਣੀ, ਠੀਕ ਹੋ ਗਿਆ। ਕਿਉਂਕਿ ਜਦੋਂ ਤੀਜਾ ਹਿੱਸਾ ਬਾਹਰ ਜਾਣਾ ਹੈ, ਤਾਂ ਫਿਰ ਆਪਾਂ ਕੀ ਕਰਾਂਗੇ, ਜਿਹੜੀਆਂ ਆਪਣੀਆਂ ਅਸਲ ਭੁਜਾਵਾਂ ਨੇ ਤਿਕੋਣ ਦੀਆਂ, ਉਹਨਾਂ ਨੂੰ ਵੀ ਆਪਾਂ ਨੂੰ ਵਧਾਉਣਾ ਪਊਗਾ। ਆ ਦੇਖੋ ਇਹ ਵਧਾ ਰਿਹਾ ਹੁਣ ਮੈਂ, ਇਸੇ ਤਰੀਕੇ ਨਾਲ ਆਪਾਂ ਨੂੰ BA ਵੀ ਵਧਾਣੀ ਪੈਣੀ ਹੈ, ਕਿਉਂਕਿ ਤਿਕੋਣ ਵੱਡੀ ਬਣਨੀ ਹੈ, 3/2 ਦਾ ਮਤਲਬ ਖੁਦ ਸੋਚ ਕੇ ਦੇਖੋ, ਦੋ ਦੇ ਵਿੱਚੋਂ ਤਿੰਨ ਹਿੱਸੇ, ਇਹਦਾ ਮਤਲਬ ਜਿਹੜੀ ਤਿਕੋਣ ਬਣਨੀ ਹੈ ਉਹ ਵੱਡੀ ਬਣਨੀ ਹੈ, ਆ ਬਣ ਗਈ। ਤਾਂ ਹੁਣ ਇੱਥੇ ਇਹ ਕੱਟ ਗਿਆ, ਤਾਂ ਇਹ ਜਿਹੜਾ ਹਿੱਸਾ ਆ ਗਿਆ ਇਹ C ਡੈਸ਼ ਆ ਗਿਆ। ਅੱਗੇ ਚੱਲਦੇ ਆ, ਹੁਣ AC ਦੇਖੋ, ਅਗਰ ਮੈਂ ਇਸ ਸਕਰੀਨ ਦੇ ਫੱਟੇ ਦੇ ਹਿਸਾਬ ਨਾਲ ਚੱਲਾਂ, ਇਹ 45 ਡਿਗਰੀ ਤੇ ਹੈ, 45 ਹੈ, ਤਾਂ ਆਪਾਂ C ਡੈਸ਼ ਤੇ ਫੱਟਾ ਲੈ ਗਏ, ਤਾਂ ਜਿੱਥੇ ਉਹ ਇਹਨੂੰ ਕੱਟੂਗਾ ਇਹ ਆਪਣੀ ਪੂਰੀ ਤਿਕੋਣ ਬਣ ਗਈ A ਡੈਸ਼ B C ਡੈਸ਼, ਜੋ ਦਿੱਤੀ ਤਿਕੋਣ ਦਾ 3/2 ਹਿੱਸਾ। ਦੁਬਾਰਾ ਸੁਣੋ, ਇੱਕ ਕੁਐਸਚਨ ਹੋਰ ਕਰਦੇ ਇਹਦੇ ਨਾਲ ਦਾ, ਹੋਰ ਕਲੀਅਰ ਕਰਨ ਦੇ ਲਈ। ਇੱਕ ਤਿਕੋਣ ਦੇਣਗੇ ਤੁਹਾਨੂੰ, ਤੁਸੀਂ ਪਹਿਲਾਂ ਤਿਕੋਣ ਈਜ਼ੀਲੀ ਆਪਾਂ ਜਿਵੇਂ 7ਵੀਂ 8ਵੀਂ 6ਵੀਂ ਕਲਾਸ ਕਰਦੇ ਆ ਰਹੇ ਹਾਂ, ਆਪਾਂ ਇੱਕ ਤਿਕੋਣ ਬਣਾ ਲਾਂਗੇ। ਹੁਣ ਮੈਂ ਇੱਥੇ ਗੱਲ ਕਰ ਰਿਹਾ 5/3 ਹਿੱਸੇ ਦੀ, ਤਾਂ ਇਹਦਾ ਮਤਲਬ ਕੀ ਹੋ ਗਿਆ, 5/3 ਹਿੱਸੇ ਦਾ ਮਤਲਬ ਅਸਲ ਤਿਕੋਣ 3 ਹਿੱਸੇ ਦੀ ਚਾਹੀਦੀ ਹੈ ਆਪਾਂ ਨੂੰ ਅਸਲ ਤਿਕੋਣ ਦੇ 3 ਹਿੱਸੇ ਚਾਹੀਦੇ ਆ। ਤਾਂ ਇੱਥੋਂ ਆਪਾਂ ਕੀ ਕਰਾਂਗੇ, ਨਿਊਨ ਕੋਣ ਅਕਿਊਟ ਐਂਗਲ ਖਿੱਚਾਂਗੇ ਇੱਕ, ਖਿੱਚਿਆ। ਸਭ ਤੋਂ ਪਹਿਲਾਂ ਆਪਾਂ ਇੱਕ ਨਾਮ ਵੀ ਦਿਓ ABC, ਆਪਾਂ ਤਿੰਨ ਚਾਪਾਂ ਲਗਾਵਾਂਗੇ, B ਤੋਂ ਚਾਪ ਰੱਖੀ B1, B1 ਤੇ ਪ੍ਰਕਾਰ ਰੱਖੀ B2, B2 ਤੇ ਪ੍ਰਕਾਰ ਰੱਖੀ B3, ਸਭ ਤੋਂ ਪਹਿਲਾਂ ਤਿੰਨ। ਹੁਣ B3 ਨੂੰ ਕਿਉਂਕਿ ਅਸਲ ਤਿਕੋਣ ਦੇ ਤਿੰਨ ਹਿੱਸੇ ਕੀਤੇ ਆਪਾਂ C ਨਾਲ ਮਿਲਾਇਆ, ਇਹਦੇ ਨਾਲ ਮਿਲਾਇਆ, ਠੀਕ। ਅੱਗੇ 36 ਡਿਗਰੀ ਦਾ ਜੋ ਸਕੇਲ ਚੱਲ ਦਿਖ ਰਿਹਾ ਤੁਹਾਨੂੰ 36 ਡਿਗਰੀ ਤੇ ਹੈ, ਲੇਕਿਨ ਆਪਾਂ ਉਹਦੇ ਹਿੱਸੇ 5 ਕਰਨੇ ਆ, ਤਾਂ ਸੇਮ ਪ੍ਰਕਾਰ ਤੁਹਾਡੇ ਕੋਲ ਖੁੱਲੀ ਹੋਈ ਹੈ, B3 ਤੋਂ ਚਾਪ ਲਾਓ, ਫਿਰ B4 ਤੋਂ ਚਾਪ ਲਾਓ, ਤਾਂ ਇਹਦਾ ਮਤਲਬ 36 ਡਿਗਰੀ ਹੈ, ਤਾਂ ਫਿਰ ਆਪਾਂ ਨੇ 36 ਡਿਗਰੀ ਨੂੰ ਅੱਗੇ ਲੈ ਕੇ ਚੱਲਣਾ ਹੈ ਪੰਜਵੀਂ ਚਾਪ ਤੇ, ਕਿਉਂਕਿ ਆਪਾਂ ਨੂੰ 5/3 ਚਾਹੀਦਾ ਹੈ। ਪੰਜਵੀਂ ਚਾਪ ਦੇ ਬਿਲਕੁਲ ਇੱਥੇ ਜਿੱਥੇ ਕੱਟ ਕਰਦਾ ਆ ਲੱਗ ਗਈ। ਹੁਣ ਇਸ ਤੋਂ ਬਾਅਦ ਜਿਹੜੀ ਅਸਲ ਤਿਕੋਣਾਂ ਨੇ ਭੁਜਾਵਾਂ ਨੇ BC, ਆਪਾਂ ਉਹਨੂੰ ਵਧਾਵਾਂਗੇ, ਜ਼ੀਰੋ ਡਿਗਰੀ ਤੇ ਹੈ ਕਿਉਂਕਿ ਉਹ ਇਹਨੂੰ ਆਪਾਂ ਐਕਸਟੈਂਡ ਕਰੀਏ,
ਇੱਥੇ ਕੱਟ ਗਿਆ। ਸੇਮ ਜਿਹੜੀ ਆਪਣੀ ਉੱਪਰਲੀ ਭੁਜ ਹੈ BA ਉਹਨੂੰ ਵੀ ਆਪਾਂ ਵਧਾਵਾਂਗੇ। ਕਿੰਨੇ ਡਿਗਰੀ ਤੇ ਆਪਾਂ ਦੇਖਦੇ ਹਾਂ ਆਲਮੋਸਟ 51 ਡਿਗਰੀ। ਹੁਣ ਲਾਸਟ ਚੀਜ਼ ਆਪਣੀ ਕੀ ਰਹਿ ਗਈ ਦੇਖੋ ਧਿਆਨ ਨਾਲ, ਆਪਾਂ AC ਦੇ ਕੋਰਸਪੌਂਡ ਖਿੱਚਣੀ ਹੈ। AC ਕਿੰਨੇ ਡਿਗਰੀ ਤੇ ਹੈ 40 ਤੇ। ਇੱਥੇ ਜਿੱਥੇ ਕੱਟ ਰਹੀ ਹੈ ਇੱਥੋਂ ਆਪਾਂ ਕੀ ਕਰਾਂਗੇ ਇਹ 40 ਤੇ ਖਿੱਚ ਦਾਂਗੇ। ਤਾਂ ਦੋਸਤੋ ਜਿਹੜੀ ਫਿਰ ਆਹ ਤਿਕੋਣ ਬਣਨੀ ਹੈ ਉੱਪਰਲੀ ਤਿਕੋਣ, ਇਹ ਆਪਣੀ ਦਿੱਤੀ ਹੋਈ ਤਿਕੋਣ ਦਾ 5/3 ਹਿੱਸਾ ਬਣਨੀ ਹੈ। ਉਮੀਦ ਕਰਦਾ ਤੁਹਾਨੂੰ ਸਿਮਿਲੈਰਿਟੀ ਆਫ ਟ੍ਰਾਇੰਗਲ ਤਿਕੋਣ ਦੀ ਸਮਰੂਪਤਾ ਦੀ ਰਚਨਾ ਬੜੀ ਕਲੀਅਰ ਹੋਈ ਹੋਣੀ ਹੈ। ਨੈਕਸਟ ਲੈਕਚਰ 'ਚ ਇਸੇ ਅਕੋਰਡਿੰਗ ਆਪਾਂ ਗੱਲ ਕਰਾਂਗੇ ਸਪਰਸ਼ ਰੇਖਾ ਦੀ। ਥੈਂਕ ਯੂ।